ਪਿਆਰੇ ਵਿਦਿਆਰਥੀਓ, ਸਤਿ ਸ੍ਰੀ ਅਕਾਲ। ਅੱਜ ਦੀ ਆਪਾਂ ਇਸ ਵੀਡੀਓ ਵਿੱਚ ਗੱਲ ਕਰਾਂਗੇ 11ਵੀਂ ਜਮਾਤ ਦੇ ਰਾਜਨੀਤੀ ਵਿਸ਼ੇ ਨਾਲ ਸੰਬੰਧਿਤ ਸੰਘੀ ਕਾਰਜਪਾਲਿਕਾ ਪ੍ਰਧਾਨ ਮੰਤਰੀ ਅਤੇ ਮੰਤਰੀ ਪਰਿਸ਼ਦ ਦੇ ਵਿੱਚ ਜਿਹੜੇ ਪ੍ਰਸ਼ਨ ਉੱਤਰ ਨੇਗੇ ਜੀ ਉਹਨਾਂ ਬਾਰੇ ਗੱਲਬਾਤ ਕਰਾਂਗੇ। ਸਭ ਤੋਂ ਪਹਿਲਾਂ 1 ਨੰਬਰ ਵਾਲੇ ਪ੍ਰਸ਼ਨ ਨੇਗੇ, ਭਾਰਤ ਵਿੱਚ ਪ੍ਰਧਾਨ ਮੰਤਰੀ ਦੀ ਨਿਯੁਕਤੀ ਕੌਣ ਕਰਦਾ ਹੈ? ਉੱਤਰ ਰਾਸ਼ਟਰਪਤੀ। ਪ੍ਰਸ਼ਨ ਦੂਸਰਾ, ਮੰਤਰੀ ਪਰਿਸ਼ਦ ਸਮੂਹਿਕ ਰੂਪ ਵਿੱਚ ਕਿਸ ਨੂੰ ਉੱਤਰਦਾਈ ਹੈ? ਉੱਤਰ ਲੋਕ ਸਭਾ। ਉਸ ਤੋਂ ਅੱਗੇ, ਪ੍ਰਧਾਨ ਮੰਤਰੀ ਲਈ ਕਿਹੜੀ ਯੋਗਤਾ ਜ਼ਰੂਰੀ ਹੈ? ਉੱਤਰ ਸੰਸਦ ਦੇ ਕਿਸੇ ਵੀ ਸਦਨ ਦਾ ਮੈਂਬਰ ਹੋਣਾ ਜ਼ਰੂਰੀ ਹੈ। ਠੀਕ ਹੈ, ਚਾਹੇ ਲੋਕ ਸਭਾ ਦਾ ਮੈਂਬਰ ਹੋਵੇ ਚਾਹੇ ਰਾਜ ਸਭਾ ਦਾ ਮੈਂਬਰ ਹੋਵੇ। ਚੌਥਾ ਪ੍ਰਸ਼ਨ, ਪ੍ਰਧਾਨ ਮੰਤਰੀ ਇੱਕ ਸ਼ਕਤੀ ਲਿਖੋ। ਪ੍ਰਧਾਨ ਮੰਤਰੀ ਦੀ ਇੱਕ ਸ਼ਕਤੀ ਲਿਖਣੀ ਹੈ ਜੀ। ਉੱਤਰ ਪ੍ਰਧਾਨ ਮੰਤਰੀ ਰਹੇ ਸੀ ਮੰਤਰੀ, ਇਹ ਥਾਂ ਦਿੱਤੇ ਮੰਤਰੀ ਪਰਿਸ਼ਦ ਦਾ ਨਿਰਮਾਣ ਕਰਦਾ ਹੈ। ਠੀਕ ਹੈ, ਮੰਤਰੀ ਜਿਹੜੇ ਅੱਗੇ ਵਿਭਾਗਾਂ ਦੀ ਜਿਹੜੀ ਵੰਡ ਕਰਦਾ ਹੈਗਾ। ਉਸ ਤੋਂ ਅੱਗੇ ਪੰਜਵਾਂ, ਮੰਤਰੀ ਪਰਿਸ਼ਦ ਦੀ ਵਿਵਸਥਾ ਸੰਵਿਧਾਨ ਦੇ ਕਿਸ ਅਨੁਛੇਦ ਵਿੱਚ ਹੈ? ਅਨੁਛੇਦ 74 ਦੇ ਵਿੱਚ। ਮੰਤਰੀ ਪਰਿਸ਼ਦ ਇੱਕ ਵਿਆਪਕ, ਠੀਕ ਹੈ, ਵਿਆਪਕ ਪੜ੍ਹਨਾ ਇੱਥੇ ਆ ਥਾਂ ਦੇ ਉੱਤੇ ਵਿਆਪਕ ਸੰਸਥਾ ਹੈ। ਇਹ ਠੀਕ ਹੈ ਜਾਂ ਗਲਤ? ਉੱਤਰ ਠੀਕ। ਮੰਤਰੀ ਪਰਿਸ਼ਦ ਦਾ ਆਕਾਰ ਕਿੰਨਾ ਹੋ ਸਕਦਾ ਹੈ? ਉੱਤਰ ਲੋਕ ਸਭਾ ਦੇ ਕੁੱਲ ਮੈਂਬਰਾਂ ਦਾ 15% ਭਾਗ ਜਿਹੜਾ ਉਹ ਮੰਤਰੀ ਪਰਿਸ਼ਦ ਦੇ ਵਿੱਚ ਹੋ ਸਕਦਾ ਹੈਗਾ। 8ਵਾਂ ਪ੍ਰਸ਼ਨ, ਸੰਸਦ ਦੇ ਗੈਰ ਮੈਂਬਰ ਕਿੰਨੇ ਸਮੇਂ ਲਈ ਮੰਤਰੀ ਰਹਿ ਸਕਦਾ ਹੈ? ਉੱਤਰ ਵੱਧ ਤੋਂ ਵੱਧ ਜਿਹੜਾ ਉਹ 6 ਮਹੀਨੇ ਲਈ ਜਿਹੜਾ ਮੰਤਰੀ ਆ ਉਹ ਕਿਸੇ ਪਦ ਦੇ ਉੱਤੇ ਰਹਿ ਸਕਦਾ, ਜਿਹੜਾ ਸੰਸਦ ਦਾ ਮੈਂਬਰ ਹੈ ਨਹੀਂ। 9ਵਾਂ, ਸੰਸਦ ਦਾ ਸਮਾਗਮ ਬੁਲਾਉਣ ਦਾ ਨਿਰਣਾ ਕੌਣ ਕਰਦਾ ਹੈ? ਉੱਤਰ ਮੰਤਰੀ ਪਰਿਸ਼ਦ। 10ਵਾਂ, ਭਾਰਤ ਦਾ ਵਰਤਮਾਨ ਪ੍ਰਧਾਨ ਮੰਤਰੀ ਕੌਣ ਹੈ? ਉੱਤਰ ਨਰਿੰਦਰ ਮੋਦੀ। ਉਸ ਤੋਂ ਅੱਗੇ 2 ਨੰਬਰ ਵਾਲੇ ਪ੍ਰਸ਼ਨ। 11ਵਾਂ ਪ੍ਰਸ਼ਨ, ਮੰਤਰੀ ਪਰਿਸ਼ਦ ਦੀ ਮਿਆਦ ਕੀ ਹੈ? ਉੱਤਰ ਸੰਵਿਧਾਨ ਦੀ ਧਾਰਾ 75 ਅਨੁਸਾਰ ਮੰਤਰੀ ਰਾਸ਼ਟਰਪਤੀ ਦੀ ਖੁਸ਼ੀ ਤੱਕ ਆਪਣੇ ਅਹੁਦੇ 'ਤੇ ਰਹਿੰਦੇ ਹਨ, ਜਦੋਂ ਕਿ ਅਸਲ ਵਿੱਚ ਮੰਤਰੀ ਪਰਿਸ਼ਦ ਲੋਕ ਸਭਾ ਵਿੱਚ ਬਹੁਮਤ ਦੇ ਵਿਸ਼ਵਾਸ ਤੱਕ ਆਪਣੇ ਅਹੁਦੇ 'ਤੇ ਰਹਿੰਦੀ ਹੈ। 12ਵਾਂ, ਪ੍ਰਧਾਨ ਮੰਤਰੀ ਦੀ ਕੋਈ 2 ਸ਼ਕਤੀਆਂ ਲਿਖੋ। ਉੱਤਰ ਪ੍ਰਧਾਨ ਮੰਤਰੀ ਪੜ੍ਹਨਾ ਹੈ ਜਾਂ ਥਾਂ ਦੇ ਉੱਤੇ ਮੰਤਰੀ ਕੀ ਪੜ੍ਹਨਾ ਹੈਗਾ? ਮੰਤਰੀ ਪਰਿਸ਼ਦ ਦਾ ਨਿਰਮਾਣ ਕਰਦਾ ਹੈ। ਦੂਸਰਾ, ਪ੍ਰਧਾਨ ਮੰਤਰੀ ਮੰਤਰੀਆਂ ਦੇ ਵਿਭਾਗਾਂ ਦੀ ਵੰਡ ਕਰਦਾ ਹੈ। 13ਵਾਂ, ਮੰਤਰੀ ਪਰਿਸ਼ਦ ਦਾ ਮੈਂਬਰ ਬਣਨ ਲਈ ਕੋਈ 2 ਯੋਗਤਾਵਾਂ ਲਿਖੋ। ਉੱਤਰ ਵਿਅਕਤੀ ਭਾਰਤ ਦਾ ਨਾਗਰਿਕ ਹੋਣਾ ਚਾਹੀਦਾ ਹੈ। ਉੱਤਰ ਦੂਸਰਾ ਪੁਆਇੰਟ, ਉਹ ਸੰਸਦ ਦੇ ਦੋਨਾਂ ਸਦਨਾਂ ਵਿੱਚੋਂ ਕਿਸੇ ਸਦਨ ਦਾ ਮੈਂਬਰ ਹੋਵੇ, ਲੋਕ ਸਭਾ ਦਾ ਜੀ ਚਾਹੇ ਲੋਕ ਸਭਾ ਦਾ ਜਾਂ ਰਾਜ ਸਭਾ ਦਾ ਉਹ ਮੈਂਬਰ ਹੋਣਾ ਜ਼ਰੂਰੀ ਹੈਗਾ। ਪ੍ਰਸ਼ਨ 14ਵਾਂ, ਪ੍ਰਧਾਨ ਮੰਤਰੀ ਦੀ ਨਿਯੁਕਤੀ ਕਿਸ ਤਰ੍ਹਾਂ ਹੁੰਦੀ ਹੈ? ਉੱਤਰ ਪ੍ਰਧਾਨ ਮੰਤਰੀ ਦੀ ਨਿਯੁਕਤੀ ਰਾਸ਼ਟਰਪਤੀ ਦੁਆਰਾ ਕੀਤੀ ਜਾਂਦੀ ਹੈ, ਪਰ ਰਾਸ਼ਟਰਪਤੀ ਕੇਵਲ ਲੋਕ ਸਭਾ ਵਿੱਚ ਬਹੁਮਤ ਪ੍ਰਾਪਤ ਦਲ ਦੇ ਨੇਤਾ ਨੂੰ ਹੀ ਪ੍ਰਧਾਨ ਮੰਤਰੀ ਨਿਯੁਕਤ ਕਰ ਸਕਦਾ ਹੈ। ਅੱਗੇ 15ਵਾਂ, ਮੰਤਰੀ ਪਰਿਸ਼ਦ ਦੇ ਕੋਈ 2 ਕੰਮ ਲਿਖੋ। ਉੱਤਰ ਮੰਤਰੀ ਪਰਿਸ਼ਦ ਦੇਸ਼ ਲਈ ਨੀਤੀ ਨਿਰਮਾਣ ਦਾ ਕਾਰਜ ਕਰਦੀ ਹੈ।
ਦੂਸਰਾ ਪੁਆਇੰਟ, ਸੰਸਦ ਵਿੱਚ ਪਾਸ ਕੀਤੇ ਗਏ ਕਾਨੂੰਨ ਮੰਤਰੀ ਪ੍ਰੀਸ਼ਦ ਦੁਆਰਾ ਲਾਗੂ ਕਰਦੀ ਹੈ। 16ਵਾਂ ਪ੍ਰਸ਼ਨ, ਮੰਤਰੀ ਦੀਆਂ ਕਿਸਮਾਂ ਲਿਖੋ। ਉੱਤਰ, ਕੈਬਨਿਟ ਮੰਤਰੀ, ਰਾਜ ਮੰਤਰੀ, ਉਪ ਮੰਤਰੀ। 17ਵਾਂ ਪ੍ਰਸ਼ਨ, ਮੰਤਰੀ ਪ੍ਰੀਸ਼ਦ ਅਤੇ ਮੰਤਰੀ ਮੰਡਲ ਵਿੱਚ ਅੰਤਰ ਲਿਖੋ। ਮੰਤਰੀ ਮੰਡਲ ਦੇ ਸਾਰੇ ਮੈਂਬਰ ਮੰਤਰੀ ਪ੍ਰੀਸ਼ਦ ਦੇ ਮੈਂਬਰ ਹੁੰਦੇ ਹਨ, ਪਰ ਮੰਤਰੀ ਪ੍ਰੀਸ਼ਦ ਦੇ ਸਾਰੇ ਮੈਂਬਰ ਮੰਤਰੀ ਮੰਡਲ ਦੇ ਮੈਂਬਰ ਨਹੀਂ ਹੁੰਦੇ। ਠੀਕ ਹੈ, ਜਿਹੜੇ ਕੈਬਨਿਟ ਦੇ ਮੈਂਬਰ ਹੁੰਦੇ ਨੇ ਉਹ ਮੰਤਰੀ ਪ੍ਰੀਸ਼ਦ ਦੇ ਮੈਂਬਰ ਹੁੰਦੇ ਨੇਗੇ, ਪਰ ਮੰਤਰੀ ਪ੍ਰੀਸ਼ਦ ਦੇ ਮੈਂਬਰ ਉਹ ਜਿਹੜੇ ਮੰਤਰੀ ਮੰਡਲ ਦੇ ਮੈਂਬਰ ਨਹੀਂ ਹੁੰਦੇ। ਅੱਗੇ 18ਵਾਂ, ਪ੍ਰਧਾਨ ਮੰਤਰੀ ਦੀ ਸਥਿਤੀ ਦਾ ਵਰਣਨ ਕਰੋ। ਪ੍ਰਧਾਨ ਮੰਤਰੀ ਦੀ ਸਥਿਤੀ ਬਹੁਤ ਹੀ ਜ਼ਿਆਦਾ ਸ਼ਕਤੀਸ਼ਾਲੀ ਪ੍ਰਭਾਵਸ਼ਾਲੀ ਹੈ। ਪ੍ਰਧਾਨ ਮੰਤਰੀ ਮੰਤਰੀ ਮੰਡਲ ਦਾ ਸਿਰਜਣਹਾਰ ਸੰਸਦ ਵਿੱਚ ਸਰਕਾਰ ਦੀ ਅਗਵਾਈ ਕਰਦਾ ਹੈ। ਉਹਦੀ ਇੱਛਾ ਦੇ ਵਿਰੁੱਧ ਕੋਈ ਵੀ ਮੰਤਰੀ ਆਪਣੇ ਅਹੁਦੇ 'ਤੇ ਰਹਿ ਸਕਦਾ ਹੈ। ਅੱਗੇ 19ਵਾਂ, ਕੀ ਪ੍ਰਧਾਨ ਮੰਤਰੀ ਤਾਨਾਸ਼ਾਹ ਬਣ ਸਕਦਾ ਹੈ? ਉੱਤਰ, ਨਹੀਂ, ਪ੍ਰਧਾਨ ਮੰਤਰੀ ਕਦੇ ਵੀ ਤਾਨਾਸ਼ਾਹ ਨਹੀਂ ਬਣ ਸਕਦਾ, ਕਿਉਂਕਿ ਬਣ ਪੜ੍ਹਨਾ ਰਹੇ। ਠੀਕ ਆ, ਬਣ ਨਹੀਂ ਪੜ੍ਹਨਾ, ਬਣ ਬੱਬਾ ਨਾਣਾ ਬਣ। ਠੀਕ ਆ, ਇੱਥੇ ਵਾਹਵਾ ਨਾਣਾ ਪਾਇਆ ਹੋਇਆ, ਬਣ ਬਣ ਪੜ੍ਹਨਾ, ਬਣ ਨਹੀਂ ਪੜ੍ਹਨਾ, ਕਿਉਂਕਿ ਉਸਨੂੰ ਸਾਰਾ ਸ਼ਾਸਨ ਪ੍ਰਬੰਧ ਸੰਵਿਧਾਨ ਅਨੁਸਾਰ ਚਲਾਉਣਾ ਪੈਂਦਾ ਹੈ। 20ਵਾਂ, ਪ੍ਰਧਾਨ ਮੰਤਰੀ ਦਾ ਕਾਰਜਕਾਲ ਕਿੰਨਾ ਹੁੰਦਾ ਹੈ? ਉੱਤਰ, ਪ੍ਰਧਾਨ ਮੰਤਰੀ ਦਾ ਕਾਰਜਕਾਲ ਨਿਸ਼ਚਿਤ ਨਹੀਂ, ਉਹ ਕੇਵਲ ਲੋਕ ਸਭਾ ਵਿੱਚ ਪ੍ਰਾਪਤ ਬਹੁਮਤ ਦੇ ਵਿਸ਼ਵਾਸ ਤੱਕ ਆਪਣੇ ਅਹੁਦੇ 'ਤੇ ਰਹਿੰਦਾ ਹੈ। ਉਸ ਤੋਂ ਅੱਗੇ 4 ਨੰਬਰ ਵਾਲੇ ਪ੍ਰਸ਼ਨ। 4 ਨੰਬਰ ਵਾਲੇ ਪ੍ਰਸ਼ਨ, 21ਵਾਂ, ਸਮੂਹਿਕ ਜ਼ਿੰਮੇਵਾਰੀ ਦੇ ਸਿਧਾਂਤ ਤੋਂ ਕੀ ਭਾਵ ਹੈ? ਆ ਭਾਵ ਪੜ੍ਹਨਾ ਰਹੀ ਇੱਥੇ, ਆ ਭਾਵ ਪੜ੍ਹਨਾ ਹੈਗਾ। ਉੱਤਰ, ਸਮੂਹਿਕ ਜ਼ਿੰਮੇਵਾਰੀ ਦਾ ਭਾਵ ਮੰਤਰੀ ਪ੍ਰੀਸ਼ਦ ਇੱਕ ਸਮੂਹ ਦੇ ਤੌਰ 'ਤੇ ਕੰਮ ਕਰਦੀ ਹੈ। ਇੱਕ ਮੰਤਰੀ ਵਿਰੁੱਧ ਨਿੰਦਾ ਦਾ ਸਿੱਟਾ ਸਮੁੱਚੇ ਮੰਤਰੀ ਪ੍ਰੀਸ਼ਦ ਦਾ ਤਿਆਗ ਪੱਤਰ ਹੁੰਦਾ ਹੈ। ਜੇਕਰ ਕੋਈ ਮੰਤਰੀ ਪ੍ਰੀਸ਼ਦ ਦੇ ਫੈਸਲੇ ਨਾਲ ਸਹਿਮਤ ਨਹੀਂ ਹੈ ਤਾਂ ਉਸ ਕੋਲੋਂ ਆਪਣੇ ਅਹੁਦੇ ਤੋਂ ਤਿਆਗ ਪੱਤਰ ਦੇਣ ਤੋਂ ਇਲਾਵਾ ਹੋਰ ਕੋਈ ਰਸਤਾ ਨਹੀਂ ਹੁੰਦਾ। ਮੰਤਰੀ ਪ੍ਰੀਸ਼ਦ ਆਪਣੀਆਂ ਨੀਤੀਆਂ ਕਾਰਜਾਂ ਲਈ ਸਮੂਹਿਕ ਰੂਪ ਵਿੱਚ ਵਿਧਾਨ ਪਾਲਿਕਾ ਅੱਗੇ ਜ਼ਿੰਮੇਵਾਰ ਹੁੰਦੀ ਹੈ। ਇਸ ਲਈ ਕਿਹਾ ਜਾਂਦਾ ਹੈ, ਮੰਤਰੀ ਮੰਡਲ ਇਕੱਠੇ ਹੀ ਤੈਰਦੇ ਹਨ ਅਤੇ ਡੁੱਬਦੇ ਹਨ। ਉਸ ਤੋਂ ਅੱਗੇ 22ਵਾਂ ਪ੍ਰਸ਼ਨ, ਪ੍ਰਧਾਨ ਮੰਤਰੀ ਦੇ ਕੋਈ 4 ਕਾਰਜ ਲਿਖੋ। ਕੰਮ ਲਿਖੋ ਰਾਜੇ, ਕਾਰਜ ਲਿਖੋ, ਕਾਰਜ ਕਹਿ ਲਓ ਚਾਹੇ ਕੰਮ ਕਹਿ ਲਓ। ਉੱਤਰ, ਪਹਿਲਾ, ਪ੍ਰਧਾਨ ਮੰਤਰੀ ਮੰਤਰੀ ਪ੍ਰੀਸ਼ਦ ਦਾ ਨਿਰਮਾਣ ਕਰਦਾ ਹੈ। ਪ੍ਰਧਾਨ ਮੰਤਰੀ ਮੰਤਰੀ ਪ੍ਰੀਸ਼ਦ ਵਿਚਕਾਰ ਮਹਿਕਮੇ ਦੀ ਵੰਡ ਕਰਦਾ ਹੈ। ਪ੍ਰਧਾਨ ਮੰਤਰੀ ਮੰਤਰੀ ਪ੍ਰੀਸ਼ਦ ਦੀਆਂ ਬੈਠਕਾਂ ਦੀ ਪ੍ਰਧਾਨਗੀ ਕਰਦਾ ਹੈ, ਬੈਠਕਾਂ ਦੀ ਅਗਵਾਈ ਕਰਦਾ ਹੈ। ਪ੍ਰਧਾਨ ਮੰਤਰੀ ਮੰਤਰੀ ਪ੍ਰੀਸ਼ਦ ਵਿਚਕਾਰ ਤਾਲਮੇਲ ਬਣਾ ਕੇ ਰੱਖਦਾ ਹੈ। ਪ੍ਰਧਾਨ ਮੰਤਰੀ ਸੰਸਦ ਵਿਚਕਾਰ ਸਰਕਾਰ ਦੀ ਅਗਵਾਈ ਕਰਦਾ ਹੈ। 6ਵਾਂ, ਮੰਤਰੀ ਪ੍ਰੀਸ਼ਦ ਦੀਆਂ ਬੈਠਕਾਂ ਵਿੱਚ ਲਏ ਗਏ ਸਾਰੇ ਫੈਸਲੇ ਪ੍ਰਧਾਨ ਮੰਤਰੀ ਦੀ ਸਹਿਮਤੀ ਨਾਲ ਹੀ ਪਾਸ ਹੁੰਦੇ ਹਨ। ਅੱਗੇ 23ਵਾਂ ਪ੍ਰਸ਼ਨ, ਅਵਿਸ਼ਵਾਸ ਤੋਂ ਕੀ ਭਾਵ ਹੈ? ਉੱਤਰ, ਅਵਿਸ਼ਵਾਸ ਤੋਂ ਭਾਵ ਮੰਤਰੀ ਪ੍ਰੀਸ਼ਦ ਕੋਲ ਲੋਕ ਸਭਾ ਵਿੱਚ ਸਰਕਾਰ ਚਲਾਉਣ ਲਈ ਬਹੁਮਤ ਦਾ ਵਿਸ਼ਵਾਸ ਮਤ ਨਹੀਂ ਹੈ। ਜੇਕਰ ਲੋਕ ਸਭਾ ਦੇ ਮੈਂਬਰ ਨੂੰ ਇਹ ਵਿਸ਼ਵਾਸ ਹੋ ਜਾਵੇ ਕਿ ਮੰਤਰੀ ਪ੍ਰੀਸ਼ਦ ਕੋਲ ਸਰਕਾਰ ਚਲਾਉਣ ਲਈ ਬਹੁਮਤ ਨਹੀਂ, ਤਾਂ ਉਹ ਮੰਤਰੀ ਪ੍ਰੀਸ਼ਦ ਦੇ ਵਿਰੁੱਧ ਅਵਿਸ਼ਵਾਸ ਪ੍ਰਸਤਾਵ ਪਾਸ ਕਰਕੇ ਉਹਨਾਂ ਨੂੰ ਅਹੁਦੇ ਤੋਂ ਹਟਾ ਸਕਦੇ ਹਨ।
ਅੱਗੇ 24ਵਾਂ ਪ੍ਰਸ਼ਨ, ਪ੍ਰਧਾਨ ਮੰਤਰੀ ਦੀ ਅਗਵਾਈ ਤੋਂ ਕੀ ਭਾਵ ਹੈ? ਉੱਤਰ, ਪ੍ਰਧਾਨ ਮੰਤਰੀ ਦੀ ਅਗਵਾਈ ਤੋਂ ਭਾਵ ਪ੍ਰਧਾਨ ਮੰਤਰੀ ਸਰਕਾਰ ਦਾ ਮੁਖੀ ਹੁੰਦਾ ਹੈ। ਉਹ ਮੰਤਰੀ ਪਰਿਸ਼ਦ ਦੀਆਂ ਬੈਠਕਾਂ ਦੀ ਪ੍ਰਧਾਨਗੀ ਕਰਦਾ ਹੈ। ਸਾਰੇ ਫੈਸਲੇ ਪ੍ਰਧਾਨ ਮੰਤਰੀ ਦੀ ਸਹਿਮਤੀ ਨਾਲ ਹੀ ਲਏ ਜਾਂਦੇ ਹਨ। ਕਿਸੇ ਵੀ ਮੰਤਰੀ ਦੇ ਵਿਭਾਗ ਜਦੋਂ ਚਾਹੇ ਬਦਲ ਸਕਦਾ ਹੈ। ਪ੍ਰਧਾਨ ਮੰਤਰੀ ਠੀਕ ਹੈ, ਇੱਥੇ ਆਹ ਥਾਂ ਦੇ ਉੱਤੇ ਪ੍ਰਧਾਨ ਮੰਤਰੀ ਪੜ੍ਹਨਾ ਗਾ, ਮੰਤਰੀ ਪੜ੍ਹਨਾ ਹੈ ਜੀ। ਸੰਸਦ ਵਿੱਚ ਸਰਕਾਰ ਦੀ ਅਗਵਾਈ ਕਰਦਾ ਹੈ। ਸੰਸਦ ਵਿੱਚ ਸਾਰੇ ਪਾਸ ਕੀਤੇ ਜਾਣ ਵਾਲੇ ਸਾਰੇ ਬਿੱਲ ਪ੍ਰਧਾਨ ਮੰਤਰੀ ਦੀ ਅਗਵਾਈ ਵਿੱਚ ਹੀ ਤਿਆਰ ਕੀਤੇ ਜਾਂਦੇ ਹਨ ਅਤੇ ਪ੍ਰਧਾਨ ਮੰਤਰੀ ਸਰਕਾਰ ਸਮੇਤ ਸਮੁੱਚੇ ਦੇਸ਼ ਦੀ ਅਗਵਾਈ ਕਰਦਾ ਹੈ। ਇਹ ਸਨ ਸੰਘੀ ਕਾਰਜਪਾਲਿਕਾ, ਪ੍ਰਧਾਨ ਮੰਤਰੀ, ਮੰਤਰੀ ਪਰਿਸ਼ਦ ਦੇ ਮਹੱਤਵਪੂਰਨ ਪ੍ਰਸ਼ਨ। ਇਹਨਾਂ ਨੂੰ ਧਿਆਨ ਨਾਲ ਪੜ੍ਹ ਲੈਣਾ ਗਾ ਜੀ, ਸੁਣ ਲੈਣਾ ਗਾ। ਅਤੇ ਅੱਜ ਦੀ ਇਸ ਵੀਡੀਓ ਵਿੱਚ ਇੰਨਾ ਹੀ। ਧੰਨਵਾਦ ਜੀ। ਅਤੇ ਚੈਨਲ ਸਬਸਕ੍ਰਾਈਬ ਕਰ ਲੈਣਾ, ਲਾਈਕ ਕਰੋ, ਸ਼ੇਅਰ ਕਰੋ, ਅੱਗੇ ਕਮੈਂਟ ਕਰੋ। ਧੰਨਵਾਦ ਜੀ।